ਅੱਜ ਆਪਾਂ ਬੜੇ ਹੀ ਅਹਿਮ ਵਿਸ਼ੇ 'ਤੇ ਸਾਂਝ ਪਾਉਣ ਲੱਗੇ ਹਾਂ ਕਿ ਜਿਹੜੇ ਘਰਾਂ ਦੇ ਵਿੱਚ ਇਹ ਤਿੰਨ ਲੋਕਾਂ ਦੀ ਚੱਲਦੀ ਹੈ, ਜਿਹੜੇ ਘਰਾਂ ਦੀ ਖੁਦ ਮੁਖਤਿਆਰੀ ਇਨ ਤਿੰਨ ਲੋਕਾਂ ਦੇ ਕੋਲ ਹੈ, ਉਹ ਘਰਾਂ ਦੇ ਵਿੱਚੋਂ ਹਮੇਸ਼ਾ ਦੇ ਲਈ ਖੁਸ਼ੀ ਚਲੀ ਜਾਂਦੀ ਹੈ, ਪੈਸਾ ਚਲਿਆ ਜਾਂਦਾ ਹੈ। ਉਹ ਘਰ ਸਰਵਨਾਸ਼ ਹੋਣ ਦੇ ਵੱਲ ਆ ਜਾਂਦੇ ਨੇ, ਕਲਾ ਕਲੇਸ਼ ਆਮ ਰਹਿੰਦੀ ਹੈ ਅਤੇ ਨੁਕਸਾਨ ਹੁੰਦੇ ਰਹਿੰਦੇ ਨੇ। ਇਹ ਕਹਾਣੀ ਤੁਹਾਨੂੰ ਵਿਸਥਾਰ ਦੇ ਨਾਲ ਸਮਝਾਵਾਂਗੇ, ਇੱਕ ਕਹਾਣੀ ਦੇ ਮਾਧਿਅਮ ਰਾਹੀਂ ਸੁਣਾਵਾਂਗੇ। ਪੁਰਾਣੇ ਵੇਲਿਆਂ ਦੀ ਗੱਲ ਹੈ। ਇੱਕ ਨਗਰ ਦੇ ਵਿੱਚ ਇੱਕ ਇਨਸਾਨ ਰਹਿੰਦਾ ਸੀ। ਇਨਸਾਨ ਦਾ ਨਾਮ ਮਾੜਾ ਦਾਸ ਸੀ। ਬੜਾ ਮਿਹਨਤੀ ਬੰਦਾ ਸੀ। ਉਸਦੇ 4 ਪੁੱਤਰ ਸਨ। ਉਹ ਵੀ ਬੜੇ ਮਿਹਨਤੀ ਸਨ, ਚੱਤੋ ਪੈਰ ਕੰਮ ਕਾਰ ਕਰਦੇ ਸਨ। ਪਰ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਘਰ ਦੇ ਹਾਲਾਤ ਬਹੁਤੇ ਨਹੀਂ ਸੁਧਰਦੇ ਸਨ। ਉਹ ਪਰਮਾਤਮਾ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਸਨ। ਆਪੋ ਆਪਣੀਆਂ ਧਾਰਮਿਕ ਸਥਾਨਾਂ 'ਤੇ ਜਾਂਦੇ ਸਨ ਅਤੇ ਹਮੇਸ਼ਾ ਪਰਮਾਤਮਾ ਦੇ ਅੱਗੇ ਜਾ ਕੇ ਇੱਕੋ ਬੇਨਤੀ ਕਰਦੇ ਸਨ ਕਿ ਸਾਡੇ ਘਰ ਵਿੱਚੋਂ ਗਰੀਬੀ ਨਹੀਂ ਨਿਕਲ ਰਹੀ। ਅਸੀਂ ਕਮਾਈ ਵਾਲੇ 4-5 ਜੀ ਹਾਂ, ਇਹਦੇ ਬਾਵਜੂਦ ਗਰੀਬੀ ਦੇ ਨਾਲ ਉਲਝ ਰਹੇ ਹਾਂ, ਬਿਮਾਰੀ ਦੇ ਨਾਲ, ਕਲਾ ਕਲੇਸ਼ ਦੇ ਨਾਲ ਉਲਝ ਰਹੇ ਹਾਂ। ਹੌਲੀ ਹੌਲੀ ਘਰ ਦੀ ਹਾਲਾਤ ਮਾੜੀ ਮੋਟੀ ਸੁਧਰੀ, ਪਰ ਬਹੁਤੀ ਨਹੀਂ। ਰੋਟੀ ਗੁਜ਼ਾਰਾ ਵਧੀਆ ਹੋਣ ਲੱਗਿਆ, ਪਰ ਇਹ ਨਹੀਂ ਕਿ ਉਹ ਅਮੀਰ ਹੋ ਗਏ। ਠੀਕ ਠਾਕ ਕਾਰੋਬਾਰ ਚੱਲਣ ਲੱਗ ਪਿਆ, ਪਰ ਬਹੁਤਾ ਵਧੀਆ ਨਹੀਂ। ਮਾੜਾ ਦਾਸ ਨੇ ਸੋਚਿਆ ਕਿ ਮੈਂ ਆਪਣੇ ਪੁੱਤਰਾਂ ਦੇ ਵਿਆਹ ਕਰ ਦਿੰਦਾ ਹਾਂ। ਇੱਕ ਇੱਕ ਕਰਕੇ ਉਸਨੇ 4 ਪੁੱਤਰ ਵਿਆਹ ਦਿੱਤੇ। ਜਿਹੜੀਆਂ ਉਸਦੀਆਂ ਪਹਿਲੀਆਂ 3 ਬਹੂ ਰਾਣੀਆਂ ਸਨ, ਉਹ ਵੀ ਸਾਦੀਆਂ ਸਨ, ਪੜ੍ਹੀਆਂ ਲਿਖੀਆਂ ਨਹੀਂ ਸਨ, ਪਰ ਘਰ ਦੇ ਕੰਮਕਾਰ ਕਰਨ ਵਾਲੀਆਂ ਸਨ। ਜਦੋਂ ਪਹਿਲੇ 3 ਪੁੱਤਰਾਂ ਦੇ ਵਿਆਹ ਕੀਤੇ ਤਾਂ ਉਸਨੇ ਦੇਖਿਆ ਕਿ ਬਹੁਤਾ ਫਰਕ ਅਜੇ ਵੀ ਨਹੀਂ ਪਿਆ। ਘਰ ਵਿੱਚ ਜਿਸ ਤਰੀਕੇ ਨਾਲ ਗਰੀਬੀ ਦੂਰ ਹੋਣੀ ਚਾਹੀਦੀ ਹੈ, ਜਿਸ ਤਰੀਕੇ ਨਾਲ ਸਲੂਕ ਥਪਾਕ ਆਉਣਾ ਚਾਹੀਦਾ, ਉਹ ਅਜੇ ਵੀ ਨਹੀਂ। ਪਰ ਜਦੋਂ ਉਸਨੇ ਆਪਣੇ ਚੌਥੇ ਪੁੱਤਰ ਦਾ ਵਿਆਹ ਕੀਤਾ ਤਾਂ ਉਸ ਨੂੰ ਚੌਥੀ ਬਹੂ ਰਾਣੀ ਬਹੁਤ ਸਿਆਣੀ ਮਿਲੀ, ਬੜੀ ਬੁੱਧੀਮਾਨ, ਬੜੀ ਪੜ੍ਹੀ ਲਿਖੀ ਹੋਈ। ਸਿਆਣੇ ਕਹਿੰਦੇ ਨੇ ਕਿ ਗਿਆਨ ਬਹੁਤ ਵੱਡੀ ਚੀਜ਼ ਹੈ। ਜਿਹਦੇ ਬੰਦੇ ਕੋਲੇ ਗਿਆਨ ਹੈ ਉਹ ਘਰ ਦੇ ਵਿੱਚ ਸਲੂਕ ਥਪਾਕ ਵੀ ਪੈਦਾ ਕਰ ਲਵੇਗਾ। ਘਰ ਦੇ ਵਿੱਚ ਉਹ ਪੈਸਾ ਟਕਾ ਕਮਾਉਣ ਦੇ ਸਾਧਨ ਵੀ ਪੈਦਾ ਕਰ ਲਵੇਗਾ। ਪਹਿਲਾਂ ਘਰ ਦੀ ਹਾਲਤ ਠੀਕ ਨਹੀਂ ਸੀ, ਪਰ ਛੋਟੀ ਬਹੂ ਘਰ ਵਿੱਚ ਤਰੱਕੀ ਲੈ ਆਈ। ਜਦੋਂ ਤੋਂ ਉਹ ਆਈ ਤਾਂ ਦਿਨ ਦੁੱਗਣੀ ਰਾਤ ਚੌਗਣੀ ਹੋਣ ਲੱਗੀ। ਮਾੜਾ ਦਾਸ ਹੁਣ ਸੋਚਿਆ ਕਰਦਾ ਕਿ ਇਹ ਬੜੀ ਨੇਕ ਰੂਹ ਹੈ। ਜਦੋਂ ਦੀ ਘਰ ਆਈ ਹੈ, ਘਰ ਦੀ ਕਾਇਆ ਪਲਟ ਦਿੱਤੀ ਹੈ। ਸਿਆਣੇ ਕਹਿੰਦੇ ਨੇ ਕਿ ਬੁੱਧੀ ਬਹੁਤ ਵੱਡੀ ਦੌਲਤ ਹੈ। ਬੁੱਧੀ ਖਤਰੇ ਨੂੰ ਟਾਲ ਸਕਦੀ ਹੈ। ਬੁੱਧੀ ਦੇ ਸਹੀ ਉਪਯੋਗ ਦੇ ਨਾਲ ਕਮਾਈ ਦੇ ਬਹੁਤ ਸਾਰੇ ਅਵਸਰ ਮਿਲਦੇ ਨੇ। ਹੁਣ ਮਾੜਾ ਦਾਸ ਤਰੱਕੀ ਕਰਦਾ ਦੇਖ ਰਿਹਾ ਕਿ ਘਰ ਵਿੱਚ ਖੁਸ਼ੀ ਆ ਗਈ ਹੈ, ਖੁਸ਼ੀ ਦਾ ਮਾਹੌਲ ਚਾਰੇ ਪਾਸੇ ਹੈ। ਵੈਸੇ ਸਿਆਣੇ ਕਹਿੰਦੇ ਨੇ ਕਿ ਜਦੋਂ ਘਰ ਵਿੱਚ ਪੈਸਾ ਆਉਣ ਲੱਗ ਪਵੇ ਤੇ ਕਲਾ ਕਲੇਸ਼ ਵੈਸੇ ਹੀ ਦੂਰ ਹੋਣ ਲੱਗ ਪੈਂਦਾ। ਇੱਕ ਦੂਜੇ ਬਾਰੇ ਪਹਿਲਾਂ ਔਗਣ ਦਿਖਦੇ ਨੇ, ਪਰ ਜਦੋਂ ਕੋਈ ਪੈਸਾ ਲੈ ਕੇ ਆਉਂਦਾ ਤੇ ਉਦੋਂ ਉਸਦੇ ਔਗਣ ਨਹੀਂ ਦਿਸਦੇ, ਫਿਰ ਗੁਣ ਹੀ ਗੁਣ ਦਿਸਦੇ ਨੇ। ਹੁਣ ਇਸੇ ਕਰਕੇ ਘਰ ਵਿੱਚ ਪ੍ਰੇਮ, ਸਲੂਕ, ਤਪਾਕ ਪੈਦਾ ਹੋ ਗਿਆ। ਜਦੋਂ ਕੋਈ ਇੱਕ ਇਨਸਾਨ ਤਰੱਕੀ ਕਰ ਰਿਹਾ ਹੋਵੇ ਜਾਂ ਇੱਕ ਪਿੰਡ ਦੇ ਵਿੱਚ ਇੱਕ ਘਰ ਤਰੱਕੀ ਕਰ ਰਿਹਾ ਹੋਵੇ ਨਾ, ਅੱਜ ਵੀ ਅਸੀਂ ਦੇਖੀਏ, ਪੁਰਾਣੇ ਵੇਲਿਆਂ ਦੀ ਗੱਲ ਛੱਡ ਦਈਏ, ਅੱਜ ਵੀ ਜਿਹੜਾ ਬੰਦਾ ਤਰੱਕੀ ਕਰਦਾ ਹੈ ਸਿੱਧੇ ਮਾਧਿਅਮ ਰਾਹੀਂ, ਉਹਦੇ ਤੋਂ ਜਲਨ ਰੱਖਣ ਵਾਲੇ ਬਹੁਤ ਲੋਕ ਆ ਜਾਂਦੇ ਨੇ। ਅਤੇ ਇਹ ਸਾਰਾ ਕੁਛ ਮਾੜਾ ਦਾਸ ਦੇ ਨਾਲ ਵੀ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਉਹ ਵੀ ਇਨਸਾਨ ਸੀ, ਇਨਸਾਨਾਂ ਦੀ ਨਗਰੀ 'ਚ ਵੱਸਦਾ ਸੀ। ਉਹ ਤਰੱਕੀ ਕਰ ਰਿਹਾ, ਉਸਦੇ ਘਰ ਦੀ ਹਾਲਤ ਠੀਕ ਠਾਕ ਹੋ ਰਹੀ ਹੈ, ਘਰ ਵਿੱਚ ਖੁਸ਼ੀ ਆ ਰਹੀ, ਪੈਸਾ ਆ ਰਿਹਾ ਹੈ। ਸਾਰੇ ਭਰਾ ਰਲ ਮਿਲ ਕੇ, ਉਹਦੇ ਬੇਟੇ ਸੀ ਜਿਹੜੇ, ਉਹ ਕੰਮਕਾਰ ਕਰ ਰਹੇ ਨੇ। ਸਾਰੀਆਂ ਬਹੂਆਂ ਰਲ ਮਿਲ ਕੇ ਰਹਿ ਰਹੀਆਂ ਨੇ, ਕੋਈ ਕਿਸੇ ਨਾਲ ਲੜਦੀ ਨਹੀਂ। ਇਸ ਕਰਕੇ ਆਂਢੀਆਂ ਗੁਆਂਢੀਆਂ ਨੂੰ ਪਰੇਸ਼ਾਨੀ ਹੋਣ ਲੱਗੀ, ਦਿੱਕਤ ਹੋਣ ਲੱਗੀ। ਉਹ ਉਸ ਤੋਂ ਖਾਰ ਖਾਣ ਲੱਗੇ ਕਿ ਸਾਡੇ ਘਰਾਂ ਦਾ ਤਾਂ ਕੋਈ ਫਾਇਦਾ ਨਹੀਂ ਹੋ ਰਿਹਾ, ਇਹ ਤਰੱਕੀ ਕਰਦਾ ਜਾਂਦਾ। ਆਪਸ ਵਿੱਚ ਗੱਲਾਂ ਬਾਤਾਂ ਕਰਿਆ ਕਰਦੇ ਕਿ ਸ਼ਾਇਦ ਇਸ ਨੂੰ ਕੋਈ ਗੱਡਿਆ ਹੋਇਆ ਕੋਈ ਡੂੰਘਾ ਖਜ਼ਾਨਾ ਮਿਲ ਗਿਆ, ਸ਼ਾਇਦ ਇਸ ਦੀ ਕਿਤੇ ਕੋਈ ਲਾਟਰੀ ਲੱਗ ਗਈ ਹੈ, ਇਸ ਦੀ ਕਿਸਮਤ ਰਾਤੋਂ ਰਾਤ ਇੰਨੀ ਮਿਹਰਬਾਨ ਕਿਵੇਂ, ਕੋਈ ਰਾਹੀ ਪਾਂਦੀ ਲੰਘਦਾ ਟੱਪਦਾ ਇਹਨਾਂ ਦੇ ਘਰ ਕੋਈ ਬਹੁਤ ਕੀਮਤੀ ਸ਼ੈ ਰੱਖ ਗਿਆ ਹੋਵੇ। ਕੁਛ ਲੋਕਾਂ ਦੀ ਸੋਚ ਕੇਕੜੇ ਵਰਗੀ ਹੁੰਦੀ ਹੈ, ਜੋ ਆਪਣੇ ਸਾਥੀਆਂ ਦੀਆਂ ਲੱਤਾਂ ਖਿੱਚਦੇ ਰਹਿੰਦੇ ਨੇ। ਇੱਕ ਵਾਰ ਇੱਕ ਸਮੁੰਦਰ ਦੇ ਕੰਢੇ 'ਤੇ ਮਛੇਰਾ ਕੇਕੜੇ ਫੜ ਕੇ ਇੱਕ ਟੋਕਰੀ ਦੇ ਵਿੱਚ ਰੱਖ ਗਿਆ। ਆਪ ਹੋਰ ਕੇਕੜੇ ਫੜਨ ਚਲਿਆ ਗਿਆ। ਹੁਣ ਜਦੋਂ ਇੱਕ ਟੋਕਰੀ ਦੇ ਵਿੱਚੋਂ ਕੇਕੜੇ ਬਾਹਰ ਨਿਕਲਣ ਅਤੇ ਦੂਸਰੇ ਭੱਜ ਕੇ ਉਹਦੀ ਲੱਤ ਖਿੱਚਦਿਆ ਕਰਨ ਅਤੇ ਫਿਰ ਆਪ ਚੜ੍ਹਨ ਦੀ ਕੋਸ਼ਿਸ਼ ਕਰਿਆ ਕਰਨ। ਅੰਤ ਇਹ ਹੋਇਆ ਕਿ ਕੋਈ ਵੀ ਬਾਹਰ ਨਹੀਂ ਨਿਕਲ ਸਕਿਆ ਅਤੇ ਉਹਨਾਂ ਨੂੰ ਉਸ ਮਛੇਰੇ ਨੇ ਬਾਜ਼ਾਰ ਜਾ ਕੇ ਵੇਚ ਦਿੱਤਾ। ਸਾਰਿਆਂ ਦਾ ਅੰਤ ਮੌਤ 'ਤੇ ਜਾ ਕੇ ਹੋਇਆ। ਕਿਉਂ ਹੋਇਆ? ਕਿਉਂਕਿ ਉਹਨਾਂ ਦੀ ਫਿਤਰਤ ਲੱਤਾਂ ਖਿੱਚਣਾ ਸੀ। ਉਹਨਾਂ ਦੀ ਫਿਤਰਤ ਇਹ ਨਹੀਂ ਸੀ ਕਿ ਇੱਕ ਦੂਜੇ ਦਾ ਸਾਥ ਦੇਈਏ। ਸੋ ਇਹੋ ਜਿਹੀ ਫਿਤਰਤ ਹੀ ਮਾੜਾ ਦਾਸ ਦੇ ਗੁਆਂਢੀਆਂ ਦੀ ਸੀ, ਉਸਦੇ ਨਗਰ ਦੇ ਲੋਕਾਂ ਦੀ ਸੀ।
ਉਹ ਇਹ ਆਪਣਾ ਨੁਕਸਾਨ ਉਹਨਾਂ ਨੂੰ ਬਿਲਕੁਲ ਅੱਖੋਂ ਪਰੋਖੇ ਹੋ ਗਿਆ ਸੀ ਕਿ ਅਸੀਂ ਗਰੀਬੀ ਵਿੱਚ ਹਾਂ, ਮਾੜੀ ਹਾਲਤ ਦੇ ਵਿੱਚ, ਇਸ ਨੂੰ ਕਿਵੇਂ ਸੁਧਾਰੀਏ। ਉਹਨਾਂ ਨੂੰ ਜੇਕਰ ਕੋਈ ਗੱਲ ਰੜਕ ਰਹੀ ਸੀ ਤਾਂ ਉਹ ਇਹ ਕਿ ਇਹ ਤਰੱਕੀ ਕਿਉਂ ਕਰ ਰਿਹਾ ਹੈ। ਆਂਢੀ ਗੁਆਂਢੀ ਮਿਲ ਕੇ ਉਸ ਦੇ ਪਰਿਵਾਰ ਦੀ ਜਿਹੜੀ ਕੁਲ ਦਾ ਪੁਰੋਹਿਤ ਸੀ, ਪੁਰਾਣੇ ਜ਼ਮਾਨਿਆਂ ਦੇ ਵਿੱਚ ਹੋਇਆ ਕਰਦੇ ਸਨ, ਉਸ ਦੇ ਕੋਲ ਚਲੇ ਗਏ, ਪੁਰੋਹਿਤ ਦੇ ਕੋਲੇ, ਕਿ ਦੇਖ ਉਹ ਤਾਂ ਤਰੱਕੀ ਕਰਦਾ ਜਾ ਰਿਹਾ ਹੈ, ਤੈਨੂੰ ਕੋਈ ਦਾਨ ਦਕਸ਼ਨਾ ਦਿੰਦਾ? ਉਹ ਕਹਿੰਦਾ ਨਹੀਂ, ਮੈਨੂੰ ਤਾਂ ਉਸਨੇ ਕਦੀ ਯਾਦ ਵੀ ਨਹੀਂ ਕੀਤਾ। ਪਹਿਲਾਂ ਕਰਦਾ ਹੁੰਦਾ ਸੀ, ਜਦੋਂ ਮੁਸੀਬਤ ਦੇ ਵਿੱਚ ਸੀ, ਦੁੱਖ ਦੇ ਵਿੱਚ ਸੀ, ਜਦੋਂ ਘਰ ਦੇ ਵਿੱਚ ਕਲੇਸ਼ ਹੁੰਦਾ ਸੀ, ਮੇਰੇ ਕੋਲੇ ਆਇਆ ਕਰਦਾ ਸੀ, ਮੇਰੇ ਤੋਂ ਕੋਈ ਢੰਗ ਤਰੀਕਾ ਪੁੱਛ ਕੇ ਜਾਂਦਾ ਸੀ, ਮੇਰੇ ਗੋਡੇ ਨੱਪ ਕੇ ਜਾਂਦਾ ਸੀ, ਮੇਰੀ ਸੇਵਾ ਕਰਦਾ ਸੀ, ਕੁਝ ਪਕਵਾਨ ਵੀ ਲੈ ਕੇ ਆਉਂਦਾ ਸੀ, ਕੁਝ ਧਨ ਦੌਲਤ ਵੀ ਲੈ ਕੇ ਆਉਂਦਾ ਸੀ। ਮੇਰੇ ਕੋਲ ਤਾਂ ਉਦੋਂ ਆਉਂਦਾ ਸੀ ਜਦੋਂ ਫਸਲ ਚੰਗੀ ਨਹੀਂ ਸੀ ਹੁੰਦੀ, ਜਦੋਂ ਇਸ ਦੇ ਡੰਗਰਾਂ ਦਾ ਕਾਰੋਬਾਰ ਠੀਕ ਨਹੀਂ ਸੀ, ਜਦੋਂ ਇਸ ਦੀ ਦੁਕਾਨ, ਇਸ ਦੇ ਇੱਕ ਪੁੱਤਰ ਦੀ ਦੁਕਾਨ ਠੀਕ ਨਹੀਂ ਸੀ ਚੱਲ ਰਹੀ, ਮੇਰੇ ਕੋਲ ਤਾਂ ਉਦੋਂ ਆਉਂਦਾ ਸੀ। ਅਤੇ ਹੁਣ ਤਾਂ 2-2.5 ਸਾਲ ਹੋ ਗਏ ਨੇ, ਮੈਨੂੰ ਭੁੱਲ ਭੱਲ ਗਿਆ ਹੈ। ਆਂਢੀਆਂ ਗਵਾਂਢੀਆਂ ਨੇ ਮੌਕੇ ਦਾ ਫਾਇਦਾ ਉਠਾਇਆ ਅਤੇ ਕਿਹਾ, ਦੇਖੋ ਪੁਰੋਹਿਤ ਜੀ, ਬੜੀ ਸਾਫ਼ ਸਪਸ਼ਟ ਗੱਲ ਕਰਦੇ ਹਾਂ। ਚੋਰ ਦਾ ਕੰਮ ਉਦੋਂ ਬਣਨਾ ਹੈ ਜਦੋਂ ਹਨੇਰਾ ਹੋਇਆ ਅਤੇ ਇੱਕ ਘਰ ਦੇ ਲੋਕ ਸਾਵਧਾਨ ਨਾ ਹੋਏ। ਇੱਕ ਵੈਦ ਦਾ ਕੰਮ ਉਦੋਂ ਚੱਲਣਾ ਹੈ ਜਦੋਂ ਲੋਕ ਰੋਗੀ ਹੋਏ। ਰਾਜੇ ਦਾ ਕੰਮ ਉਦੋਂ ਚੱਲਣਾ ਹੈ ਜਦੋਂ ਝਗੜੇ ਵੱਧ ਗਏ। ਵਿਦਵਾਨ ਦਾ ਕੰਮ ਉੱਥੇ ਚੱਲੂਗਾ ਜਿੱਥੇ ਬਹੁਤ ਸਾਰੇ ਲੋਕ ਮੂਰਖ ਹੋਣ। ਵਿਦਵਾਨਾਂ ਦੇ ਵਿੱਚ ਵਿਦਵਾਨ ਦੀ ਵਿਦਵਤਾ ਬਹੁਤੀ ਨਹੀਂ ਚੱਲਦੀ। ਇਸੇ ਤਰੀਕੇ ਨਾਲ ਪੁਰੋਹਿਤ ਦਾ ਕੰਮ ਉਦੋਂ ਚੱਲਣਾ ਹੈ ਜਿਹੜੀ ਕੁੱਲ ਨੂੰ ਉਹ ਦੇਖ ਰਿਹਾ ਹੈ, ਜਿਹੜੇ ਪਰਿਵਾਰ ਨੂੰ ਉਹ ਦੇਖ ਰਿਹਾ ਹੈ, ਉਸ ਘਰ ਦੇ ਵਿੱਚ ਕਲਾ ਕਲੇਸ਼ ਹੋਵੇ, ਲੜਾਈ ਝਗੜੇ ਹੋਣ, ਗਰੀਬੀ ਹੋਵੇ। ਤੁਹਾਨੂੰ ਹੋਰ ਸਪਸ਼ਟ ਕਰਦੀ ਇਹ ਗੱਲ ਕਿ ਮਾੜਾ ਦਾਸ ਦੀ ਸਭ ਤੋਂ ਛੋਟੀ ਬਹੂ ਬਹੁਤ ਸਿਆਣੀ ਹੈ, ਬਹੁਤ ਬੁੱਧੀਮਾਨ ਹੈ। ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਤੰਤਰ ਲੱਭੋ, ਮੰਤਰ ਲੱਭੋ, ਉਹਨਾਂ ਦੇ ਘਰ ਦੇ ਉੱਪਰ ਕਰੋ, ਉਸ ਦੇ ਦਿਮਾਗ ਦੇ ਵਿੱਚ ਕੋਈ ਫਰਕ ਪਾਓ, ਫਿਰ ਤੁਹਾਡਾ ਕਾਰੋਬਾਰ ਚੱਲੇਗਾ, ਅਸੀਂ ਵੀ ਰਾਜੀ ਖੁਸ਼ੀ ਹੋਵਾਂਗੇ। ਹੁਣ ਸਾਡੇ ਤੋਂ ਉਸ ਦੀ ਤਰੱਕੀ ਵੇਖ ਕੇ ਜਰਿਆ ਨਹੀਂ ਜਾਂਦਾ। ਸਾਡੇ ਤੋਂ ਇਹ ਵੀ ਨਹੀਂ ਜਰਿਆ ਜਾਂਦਾ ਕਿ ਤੁਹਾਡੇ ਵਰਗੇ ਬਹੁਤ ਸੁਘੜ ਸਿਆਣੇ ਪੁਰੋਹਿਤ ਜੀ ਇੱਥੇ ਵਿਹਲੇ ਬੈਠੇ ਰਹਿਣ, ਲੋਕਾਂ ਤੋਂ ਮੰਗਣ ਲਈ ਮਜਬੂਰ ਹੋਣ। ਅਸੀਂ ਤੁਹਾਨੂੰ ਵਿਹਲਾ ਨਹੀਂ ਜਰ ਸਕਦੇ, ਅਸੀਂ ਤੁਹਾਨੂੰ ਲੋਕਾਂ ਤੋਂ ਮੰਗਦਾ ਵੇਖ ਕੇ ਜਰ ਨਹੀਂ ਸਕਦੇ। ਜਦੋਂ ਗੁਆਂਢੀਆਂ ਨੇ ਇਹ ਗੱਲਾਂ ਪੁਰੋਹਿਤ ਦੇ ਦਿਮਾਗ ਵਿੱਚ ਪਾਈਆਂ ਤਾਂ ਉਸ ਦਾ ਦਿਮਾਗ ਫਿਰ ਗਿਆ। ਉਸਨੇ ਭਾਂਤ ਭਾਂਤ ਦੇ ਟੂਣੇ ਟੋਟਕੇ ਉਸ ਦੇ ਪਰਿਵਾਰ 'ਤੇ ਕੀਤੇ, ਪਰ ਨਹੀਂ, ਹਮੇਸ਼ਾ ਇਸੇ ਤਰੀਕੇ ਨਾਲ ਹੁੰਦਾ ਕਿ ਉਸ ਦੀ ਛੋਟੀ ਬਹੂ ਕੋਈ ਨਾ ਕੋਈ ਬਚਾਵ ਕਰ ਲਿਆ ਕਰਦੀ। ਅੰਤ ਵਿੱਚ ਜਾ ਕੇ ਉਸਨੇ ਮਾੜਾ ਦਾਸ ਦੇ ਕੰਨ ਵਿੱਚ ਇੱਕ ਐਸੀ ਫੂਕ ਮਾਰੀ ਕਿ ਉਸਨੇ ਉਸ ਦੇ ਮਨ ਵਿੱਚ ਛੋਟੀ ਬਹੂ ਪ੍ਰਤੀ ਨਫ਼ਰਤ ਭਰ ਦਿੱਤੀ। ਸਿਆਣੇ ਕਹਿੰਦੇ ਨੇ ਕਿ ਜਦੋਂ ਇੱਕ ਬੰਦੇ ਕੋਲੇ ਬਹੁਤ ਧਨ ਆ ਜਾਵੇ, ਉਸ ਦਾ ਦਿਮਾਗ ਖਰਾਬ ਹੋ ਜਾਂਦਾ ਹੈ। ਇਸੇ ਤਰੀਕੇ ਨਾਲ ਮਾੜਾ ਦਾਸ ਨਾਲ ਹੋਇਆ। ਉਸਨੇ ਛੋਟੀ ਬਹੂ ਨੂੰ ਘਰੋਂ ਬਾਹਰ ਹੋ ਜਾਣ ਲਈ ਕਹਿ ਦਿੱਤਾ ਅਤੇ ਨਾਲ ਹੀ ਉਸਦਾ ਸਭ ਤੋਂ ਛੋਟਾ ਮੁੰਡਾ ਘਰ ਛੱਡ ਕੇ ਚਲਿਆ ਗਿਆ। ਉਹ ਸ਼ਹਿਰ ਚਲੇ ਗਏ। ਸ਼ਹਿਰ ਜਾ ਕੇ ਉਹਨਾਂ ਨੇ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ। ਉਹਨਾਂ ਦਾ ਕਾਰੋਬਾਰ ਸ਼ਹਿਰ ਜਾ ਕੇ ਵੀ ਤਰੱਕੀ ਕਰਨ ਲੱਗਿਆ, ਪਰ ਪਿੱਛੋਂ ਇਹਨਾਂ ਦੀ ਹਾਲਤ ਮਾੜੀ ਹੋਣ ਲੱਗ ਪਈ। ਘਰ ਵਿੱਚ ਬਿਮਾਰੀ ਆ ਗਈ। ਜਿਹੜਾ ਡੰਗਰ ਸੀ ਉਹਨਾਂ ਦੇ ਰੱਖੇ ਹੋਏ, ਜਿਹੜਾ ਡੰਗਰਾਂ ਦਾ ਕਾਰੋਬਾਰ ਸੀ, ਉਹ ਵੀ ਉਹਨਾਂ ਦਾ ਮੱਧਮ ਹੋ ਗਿਆ। ਖੇਤੀਬਾੜੀ ਉਹਨਾਂ ਦੀ ਘਾਟੇ ਵੱਲ ਚਲੀ ਗਈ, ਦੁਕਾਨਦਾਰੀ ਉਹਨਾਂ ਦੀ ਘਾਟੇ ਵੱਲ ਚਲੀ ਗਈ। ਘਰ ਦੀ ਹਾਲਾਤ ਖਰਾਬ ਹੋਣ ਲੱਗ ਪਈ। ਪੰਜਾਬੀ 'ਚ ਕਹਿੰਦੇ ਨੇ ਕਿ ਫਲਾਣੇ ਦਾ ਘਰ ਮੂਧਾ ਵੱਜ ਗਿਆ। ਉਹੀ ਹਾਲਤ ਹੋਈ ਮਾੜਾ ਦਾਸ ਦੇ ਪਰਿਵਾਰ ਦੇ ਨਾਲ। ਦੂਜੀਆਂ ਘਰ ਦੀਆਂ ਇਸਤਰੀਆਂ ਨੇ ਬਹੁਤ ਕੋਸ਼ਿਸ਼ ਕੀਤੀ, ਪਰ ਉਹਨਾਂ ਤੋਂ ਘਰ ਸੰਭਾਲਿਆ ਨਹੀਂ ਗਿਆ। ਜਦੋਂ ਸਮਾਂ ਪੈ ਗਿਆ ਤਾਂ ਮਾੜਾ ਦਾਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਮੈਂ ਬਹੁਤ ਵੱਡੀ ਗਲਤੀ ਕਰ ਬੈਠਾ ਹਾਂ ਪੁਰੋਹਿਤ ਦੀਆਂ ਗੱਲਾਂ ਦੇ ਵਿੱਚ ਆ ਕੇ। ਉਸਨੇ ਆਪਣੀ ਘਰਵਾਲੀ ਨੂੰ ਨਾਲ ਲਿਆ, ਆਪਣੇ ਵੱਡੇ ਪੁੱਤਰ ਨੂੰ ਨਾਲ ਲਿਆ ਅਤੇ ਸ਼ਹਿਰ ਚਲਾ ਗਿਆ। ਆਪਣੇ ਸਭ ਤੋਂ ਛੋਟੇ ਪੁੱਤਰ ਅਤੇ ਨੂੰਹ ਨੂੰ ਜਾ ਕੇ ਮਿਲਿਆ ਅਤੇ ਕਿਹਾ ਕਿ ਭਾਈ ਸਾਡੇ ਤੋਂ ਗਲਤੀ ਹੋਈ ਹੈ, ਘਰ ਵਾਪਸ ਆ ਜਾਓ। ਉਹ ਮੰਨ ਗਏ। ਉਹ ਕਹਿੰਦੇ ਕਿ ਤੁਹਾਨੂੰ ਮੁਆਫੀ ਮੰਗਣ ਦੀ ਲੋੜ ਨਹੀਂ, ਤੁਸੀਂ ਸਾਡੇ ਵੱਡੇ ਹੋ। ਉਹ ਵਾਪਸ ਘਰ ਆ ਗਏ ਅਤੇ ਘਰ ਦਾ ਸਭ ਕੁਝ ਫਿਰ ਤੋਂ ਠੀਕ ਠਾਕ ਚੱਲਣ ਲੱਗ ਪਿਆ। ਘਰ ਦੁਆਰਾ ਤੋਂ ਪਟੜੀ ਦੇ ਉੱਤੇ ਆ ਗਿਆ। ਉਸੇ ਤਰੀਕੇ ਨਾਲ ਕਮਾਈਆਂ ਦੇ ਵਿੱਚ ਵਾਧੇ ਪੈ ਗਏ। ਹੁਣ ਕਹਾਣੀਕਾਰ ਇਸ ਕਹਾਣੀ ਰਾਹੀਂ ਦੱਸਣਾ ਕੀ ਚਾਹੁੰਦਾ ਹੈ? ਸਭ ਤੋਂ ਵੱਡੀ ਗੱਲ, ਕਦੇ ਵੀ ਕਿਸੇ ਹੋਰ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਣੇ ਘਰ ਦਾ ਨੁਕਸਾਨ ਨਾ ਕਰੋ। ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਕਿ ਅਸੀਂ ਆਪਣੇ ਘਰ ਦੇ ਜੀਅ ਦੀ ਰਾਏ ਵੀ ਨਹੀਂ ਲੈਂਦੇ, ਬਾਹਰੋਂ ਸੁਣੀ ਸੁਣਾਈ ਗੱਲ ਦੇ ਉੱਤੇ ਭਰੋਸਾ ਕਰ ਲੈਂਦੇ ਹਾਂ। ਸਾਨੂੰ ਕਿਸੇ ਨੇ ਕੁਛ ਵੀ ਕਹਿ ਰੱਖਿਆ ਹੋਵੇ ਅਤੇ ਅਸੀਂ ਘਰ ਦੇ ਜੀਅ ਪ੍ਰਤੀ ਨਫ਼ਰਤ ਪਾਲਣ ਲੱਗਦੇ ਹਾਂ ਕਿ ਇਸਨੇ ਉਹਦੇ ਕੋਲੇ ਮੇਰੇ ਬਾਰੇ ਆਹ ਗੱਲ ਆਖੀ ਸੀ, ਇਹ ਮੇਰੇ ਬਾਰੇ ਮਾੜਾ ਸੋਚਦਾ ਹੈ। ਉਹ ਸੋਚਦਾ ਕਿ ਨਹੀਂ, ਉਹ ਨਹੀਂ ਪਤਾ ਹੁੰਦਾ, ਪਰ ਆਪਾਂ ਖੁਦ ਉਹਦੇ ਬਾਰੇ ਮਾੜਾ ਸੋਚਣ ਲੱਗ ਪੈਂਦੇ ਹਾਂ। ਪੈਸਾ ਆਉਂਦਾ ਹੈ ਅਤੇ ਬੰਦੇ ਦੇ ਖੈਰ ਖਵਾਹ, ਸ਼ੁਭ ਚਿੰਤਕ, ਸਲਾਹਕਾਰ ਆਪੇ ਬਣ ਜਾਂਦੇ ਨੇ, ਪਰ ਹਰੇਕ ਜਿਹੜਾ ਬੰਦਾ ਸਾਨੂੰ ਸਲਾਹ ਦਿੰਦਾ ਹੈ, ਹਰੇਕ ਸਲਾਹਕਾਰ ਦੀ ਸਲਾਹ ਦੇ ਉੱਤੇ ਸਾਨੂੰ ਅਮਲ ਨਹੀਂ ਕਰਨਾ ਚਾਹੀਦਾ। ਸੁਣੋ ਸਭ ਦੀ, ਪਰ ਕਰੋ ਮਨ ਦੀ। ਆਪਣੇ ਕਰਮ 'ਤੇ ਵਿਸ਼ਵਾਸ ਰੱਖੋ। ਜਿਹੜਾ ਕੰਮ ਕਰ ਰਹੇ ਹਾਂ ਉਹਦੇ 'ਤੇ ਵਿਸ਼ਵਾਸ ਰੱਖੀਏ। ਆਪਾਂ ਸਿਆਣੇ ਤਾਂ ਹੀ ਹੋਵਾਂਗੇ ਜੇ ਆਪਾਂ ਕੰਮ ਵੱਲ ਜ਼ਿਆਦਾ ਧਿਆਨ ਦਿਆਂਗੇ। ਜੇ ਲੋਕਾਂ ਦੀਆਂ ਗੱਲਾਂ ਵੱਲ ਧਿਆਨ ਦੇਣ ਲੱਗ ਪਏ, ਫਿਰ ਸਾਡੇ ਵਰਗਾ ਕਮਲਾ ਕੋਈ ਨਹੀਂ। ਹੁਣ
ਸਭ ਤੋਂ ਮਹੱਤਵਪੂਰਨ ਗੱਲ ਜਿੱਥੋਂ ਆਪਾਂ ਇਹ ਕਹਾਣੀ ਸ਼ੁਰੂ ਕੀਤੀ ਸੀ ਕਿ ਕਿਹੜੇ 3 ਲੋਕ ਨੇ ਜਿਨ੍ਹਾਂ ਦੇ ਹੱਥ ਵਿੱਚ ਵਾਗਡੋਰ ਨਹੀਂ ਦੇਣੀ। ਸਭ ਤੋਂ ਪਹਿਲਾਂ ਉਹੀ ਇਨਸਾਨ ਮੂਰਖ ਜੁਆਰੀ ਜਿਹੜਾ ਲੋਕਾਂ ਦੀਆਂ ਸਲਾਹਾਂ ਦੇ ਪਿੱਛੇ ਝੱਟ ਲੱਗ ਜਾਂਦਾ ਹੈ, ਉਹ ਬੰਦੇ ਨੇ ਘਰ ਨੂੰ ਮੁੱਦਾ ਮਾਰਨਾ ਹੀ ਮਾਰਨਾ ਹੈ। ਦੂਸਰਾ ਲਾਡਲਾ ਜਿੱਦੀ ਜਵਾਕ, ਜੇ ਉਹਦੇ ਹੱਥ ਵਿੱਚ ਵਾਗਡੋਰ ਆ ਗਈ, ਜਿਸ ਨੇ ਸਾਰੀ ਉਮਰ ਜਿੱਦ ਕੀਤੀ ਹੋਵੇ, ਉਹ ਵੀ ਘਰ ਦਾ ਨੁਕਸਾਨ ਕਰ ਦਿੰਦਾ ਹੈ। ਤੀਜਾ ਜਿੱਦੀ ਅਤੇ ਚੰਚਲ ਔਰਤ, ਜਿਸ ਦਾ ਚਰਿੱਤਰ ਸਾਫ਼ ਨਹੀਂ, ਉਸਨੇ ਘਰ ਦਾ ਨੁਕਸਾਨ ਕਰਵਾਉਣਾ ਹੀ ਕਰਵਾਉਣਾ ਹੈ।